channel. So as you all know, our Punjab Patwari series is going on, and for that purpose we have started your English classes, and also these videos will be helpful in your other upcoming exams also, like PS, SSB, PPSC, and for SBI Clerk 2020 also. So keep watching my videos, and if you like my videos, do give me a thumbs up and don't forget to share it with your friends. Also, you can visit our website www.gilsmentortest.com for PDFs, for mock test, and for more information. So let's start today's video. So these are the answers of the previous exercise that I gave you yesterday. So let's discuss it. I'm sure he dash in time for the class. मैं बहुत श्योर हाँ कि ਅੱਜ ਉਹ क्लास ਵਿੱਚ टाइम ਤੇ ਆ ਜਾਏਗਾ ਦਾ मतलब simple future tense, will come, will plus verb the first form. Next, he surely dash if you visit his room now. Smoke ਦੀ ਫਾਰਮ ਪੜ੍ਹਨੀ ਸੀ ਇੱਥੇ ਕਿ ਅਗਰ ਤੁਸੀਂ ਹੁਣ ਉਹਦੇ ਰੂਮ ਵਿੱਚ ਵਿਜ਼ਿਟ ਕਰੋਗੇ ਉਹ ਪੱਕਾ ਸਮੋਕਿੰਗ ਕਰ ਰਿਹਾ ਹੋਏਗਾ। ਐਕਸ਼ਨ ਪ੍ਰੋਗਰੈਸ ਵਿੱਚ ਹੈ ਤੇ ਫਿਊਚਰ ਵਿੱਚ ਵੀ ਹੈ, ਕਰ ਰਿਹਾ ਹੋਏਗਾ। ਸੋ ਫਿਊਚਰ ਕੰਟੀਨਿਊਸ ਟੈਂਸ, will be plus verb ਦੀ ਫਸਟ ਫਾਰਮ plus ing. Next, you dash college next year. ਤੁਹਾਨੂੰ next year college join ਕਰ ਲੈਣਾ ਚਾਹੀਦਾ ਹੈ। ਠੀਕ ਹੈ, ਇੱਕ strong declaration ਹੈ। You shall join, emphasize ਕਰ ਰਹੇ ਹਾਂ। Next, the ship dash before we reach the harbor. ਸਾਡੇ ਹਾਰਬਰ ਪਹੁੰਚਣ ਤੋਂ ਪਹਿਲਾਂ ਸ਼ਿਪ ਉੱਥੋਂ ਜਾ ਚੁੱਕੀ ਹੋਏਗੀ। ਜਿੱਥੇ ਆ ਜਾਏਗਾ ਚੁੱਕੀ ਹੋਏਗੀ ਉੱਥੇ ਕੀ ਹੁੰਦਾ ਹੈ? Future perfect tense, will have plus verb ਦੀ third form. The ship will have left. ਕਈਆਂ ਨੇ ਇੱਥੇ will have leave ਲਿਖਿਆ ਹੋਇਆ ਹੈ। No, leave, left, third form verb ਦੀ। Next, ਇਹ ਸਭ ਦਾ ਹੀ ਗਲਤ ਸੀ। ਹਾਂ, at the rate he is studying, ਕਿ ਜਿਸ ਰੇਟ 'ਤੇ ਉਹ ਪੜ੍ਹ ਰਿਹਾ ਹੈ, he dash by next year. ਸਭ ਤੋਂ ਪਹਿਲੇ ਮੈਨੂੰ ਦੱਸੋ by next year ਦਾ ਮਤਲਬ ਕੀ ਹੈ? ਕਿ next year ਤੱਕ ਉਹ ਆਪਣਾ ਐਗਜ਼ਾਮ ਕੁਆਲੀਫਾਈ ਕਰ ਚੁੱਕਾ ਹੋਏਗਾ ਆ ਗਿਆ ਤਾਂ ਫਿਊਚਰ ਪਰਫੈਕਟ ਟੈਂਸ। ਠੀਕ ਹੈ, ਐਟ ਦ ਰੇਟ ਹੀ ਇਜ਼ ਸਟੱਡਿੰਗ ਹੀ ਵਿਲ ਹੈਵ ਕੁਆਲੀਫਾਈਡ ਬਾਈ ਨੈਕਸਟ ਈਅਰ ਤੱਕ ਉਹ ਕੁਆਲੀਫਾਈ ਕਰ ਚੁੱਕਾ ਹੋਏਗਾ। ਇੱਦਾਂ ਦਾ ਸੇਮ ਸੈਂਟੈਂਸ ਮੈਂ ਕੱਲ੍ਹ ਤੁਹਾਨੂੰ ਕਰਵਾਇਆ ਵੀ ਸੀ। ਦੇਖੋ, ਮਾਈ ਅਸਿਸਟੈਂਟ ਡੈਸ਼ 5 ਲੈਟਰਸ ਬਾਈ ਲੰਚ ਟੂਡੇ। ਬਾਈ ਲੰਚ ਦਾ ਮਤਲਬ ਕਿ ਲੰਚ ਸ਼ੁਰੂ ਹੋਣ ਤੋਂ ਪਹਿਲਾਂ। ਠੀਕ ਹੈ, ਮਾਈ ਅਸਿਸਟੈਂਟ ਉਹਨੇ 5 ਲੈਟਰਸ ਟਾਈਪ ਕਰ ਚੁੱਕੀ ਹੋਏਗੀ। ਲੰਚ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੇਰੀ ਜੋ ਅਸਿਸਟੈਂਟ ਹੈ ਉਹ 5 ਲੈਟਰਸ ਟਾਈਪ ਕਰ ਚੁੱਕੀ ਹੋਏਗੀ ਤਾਂ ਫਿਊਚਰ ਪਰਫੈਕਟ ਟੈਂਸ ਵਿਲ ਹੈਵ ਟਾਈਪਡ, ਥਰਡ ਫਾਰਮ। ਐਡਮੈਂਟ ਦਾ ਮਤਲਬ ਸਟਬਰਨ, ਹਾਰਡ, ਜ਼ਿੱਦੀ, ਇਨਫਲੈਕਸੀਬਲ। ਠੀਕ ਹੈ, ਜੋ ਈਜ਼ੀਲੀ ਕਿਸੇ ਦੀ ਗੱਲ ਨਹੀਂ ਮੰਨਦਾ। ਸੋ ਦੀਜ਼ ਆਰ ਦਾ ਡਾਊਟਸ ਜੋ ਮੈਂ ਥੋੜ੍ਹੇ ਕਮੈਂਟਸ ਵਿੱਚ ਦੇਖੇ ਅਤੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਥੋੜ੍ਹਾ ਕਰੈਕਟ ਕਰਨਾ ਚਾਹੀਦਾ। ਸੋ ਇਹ ਫਸਟ ਸੈਂਟੈਂਸ ਕਿਸੇ ਨੇ ਬਣਾਇਆ ਸੀ, ਮੈਂ ਐਡਮੈਂਟ 'ਤੇ ਕਿਹਾ ਸੀ। ਵੈਰੀ ਗੁੱਡ ਜਿਹਨੇ ਟਰਾਈ ਕੀਤਾ। ਆਈ ਥਿੰਕ 2 ਜਾਂ 3 ਬੱਚਿਆਂ ਨੇ ਟਰਾਈ ਕੀਤਾ ਸੀ। ਅਤੇ ਜੋ ਵੀ ਮੈਨੂੰ ਮਿਸਟੇਕ ਲੱਗੇਗੀ ਜਿਹਦੇ ਦੀ ਵੀ ਸੈਂਟੈਂਸ 'ਤੇ ਮੈਂ ਉੱਥੇ ਮੈਨਸ਼ਨ ਕਰਾਂਗੀ ਅਤੇ ਆਈ ਵਿਲ ਟਰਾਈ ਟੂ ਕਰੈਕਟ ਇਟ। ਠੀਕ ਹੈ, ਓਕੇ। ਸੋ ਇਹਦੇ 'ਚ ਥੋੜ੍ਹੀ ਜਿਹੀ ਮਿਸਟੇਕ ਸੀ। ਆਈ ਐਡਮੈਂਟ ਆਈ ਵਿਲ ਪਾਸ ਦਾ ਪਟਵਾਰੀ ਐਗਜ਼ਾਮ ਦਿਸ ਈਅਰ। ਸ਼ੋਰਲੀ ਯੂ ਵਿਲ ਜਿਹਦਾ ਵੀ ਇਹ ਕਮੈਂਟ ਸੀ, ਆਲ ਦ ਬੈਸਟ। ਐਂਡ ਇਹਦੀ ਕਰੈਕਸ਼ਨ ਕੀ ਹੈ ਕਿ ਥੋੜ੍ਹਾ ਜਿਹਾ ਸੀ ਕਿ ਆਈ ਐਮ ਐਡਮੈਂਟ ਆਏਗਾ। ਠੀਕ ਹੈ, ਅਸੀਂ ਇੱਦਾਂ ਲਿਖਦੇ ਹਾਂ, ਆਈ ਐਡਮੈਂਟ ਨਹੀਂ। ਜਿਵੇਂ ਹੁੰਦਾ ਕਿ ਆਈ ਐਡਮਿਟ ਹੁੰਦਾ, ਐਡਮੈਂਟ ਨੂੰ ਅਸੀਂ ਇੱਦਾਂ ਨਹੀਂ ਲਿਖ ਸਕਦੇ। ਆਈ ਐਮ ਐਡਮੈਂਟ ਤੁਹਾਡੀ ਕੁਆਲਿਟੀ ਦੱਸ ਰਿਹਾ। ਠੀਕ ਹੈ, ਆਈ ਐਮ ਐਡਮੈਂਟ ਅਬਾਊਟ ਪਾਸਿੰਗ ਦਾ ਪਟਵਾਰੀ ਐਗਜ਼ਾਮ ਦਿਸ ਈਅਰ। ਠੀਕ ਹੈ, ਇਹਦੀ ਕਰੈਕਸ਼ਨ ਹੈ। ਓਕੇ, ਸੋ ਨੈਕਸਟ ਇਜ਼ ਇਹ ਕਿਸ ਦਾ ਸੀਗਾ ਕਿ ਅਗਰ ਅਸੀਂ ਇੱਥੇ ਫਿਊਚਰ ਪਰਫੈਕਟ ਟੈਂਸ ਲਗਾ ਰਹੇ ਹਾਂ, ਕਿ ਜਿਵੇਂ ਅਸੀਂ ਬੋਲ ਰਹੇ ਹਾਂ ਕਿ ਦ ਮੈਚ ਵਿਲ ਹੈਵ ਸਟਾਰਟਡ ਬਿਫੋਰ ਵੀ ਵਿਲ ਰੀਚ ਦ ਪਲੇਗਰਾਊਂਡ। ਸਾਡੇ ਪਲੇਗਰਾਊਂਡ ਪਹੁੰਚਣ ਤੱਕ ਮੈਚ ਸਟਾਰਟ ਹੋ ਚੁੱਕਾ ਹੋਏਗਾ। ਠੀਕ ਹੈ, ਸੋ ਇੱਥੇ ਉਹ ਕਹਿ ਰਹੇ ਸੀ ਕਿ ਇੱਥੇ ਵੀ ਵਿਲ ਰੀਚ ਆਉਣਾ ਚਾਹੀਦਾ। ਅਗਰ ਮੈਂ ਉਹਨਾਂ ਦਾ ਕਮੈਂਟ ਠੀਕ ਸਮਝਿਆ ਅਤੇ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀ ਕਿ ਇੱਥੇ ਸਿੰਪਲ ਫਿਊਚਰ ਟੈਂਸ ਕਿਉਂ ਨਹੀਂ ਲੱਗਿਆ। ਦੇਖੋ, ਕਦੀ ਵੀ ਇੱਕ ਸੈਂਟੈਂਸ ਦੇ ਵਿੱਚ 2 ਫਿਊਚਰ ਦੇ ਟੈਂਸ ਇਕੱਠੇ ਨਹੀਂ ਲੱਗਣਗੇ। ਇਹ ਰੂਲ ਹੈ ਇੰਗਲਿਸ਼ ਗ੍ਰਾਮਰ ਦਾ। ਠੀਕ ਹੈ,
ਸੋ ਦੈਟਸ ਵਾਈ ਦ ਮੈਚ ਵਿਲ ਹੈਵ ਸਟਾਰਟਡ ਬਿਫੋਰ ਵੀ ਰੀਚ ਦਾ ਪਲੇਗਰਾਊਂਡ। ਸਾਡੇ ਪਲੇਗਰਾਊਂਡ ਪਹੁੰਚਣ ਤੋਂ ਪਹਿਲਾਂ ਮੈਚ ਸਟਾਰਟ ਹੋ ਚੁੱਕਾ ਹੋਏਗਾ। ਹੋ ਚੁੱਕਾ ਹੋਏਗਾ ਦਾ ਮਤਲਬ ਫਿਊਚਰ ਪਰਫੈਕਟ ਟੈਂਸ, ਵਿਲ ਹੈਵ ਪਲਸ ਵਰਬ ਦੀ ਥਰਡ ਫॉर्म। ਓਕੇ, ਸੋ ਅੱਜ ਮੈਂ ਥੋੜ੍ਹੀ ਇੰਪੋਰਟੈਂਟ ਰੂਲਸ ਕਰਾਉਣਾ ਚਾਹੁੰਦੀ ਹਾਂ ਤੁਹਾਨੂੰ। ਅਗਰ ਥੋੜ੍ਹਾ ਜਿਹਾ ਵੀ ਇੰਗਲਿਸ਼ ਦਾ ਐਗਜ਼ਾਮ ਟਫ ਆਉਂਦਾ ਹੈ ਤੇ ਇਹ ਰੂਲਸ ਬਹੁਤ ਹੀ ਇੰਪੋਰਟੈਂਟ ਹੈ। ਥੋੜ੍ਹੇ ਕਨਫਿਊਜ਼ਿੰਗ ਹੈ ਬਟ ਅਗਰ ਤੁਸੀਂ ਇਹਨਾਂ ਨੂੰ 2-3 ਵਾਰੀ ਵੀ ਸੁਣੋਗੇ ਨਾ, ਆਈ ਐਮ ਵੈਰੀ ਸ਼ੋਰ ਕਿ ਤੁਸੀਂ ਇਹਨਾਂ ਨੂੰ ਤੁਹਾਡੇ ਦਿਮਾਗ ਵਿੱਚ ਬੈਠ ਜਾਣਗੇ। ਠੀਕ ਹੈ, ਥੋੜ੍ਹੀ ਇੱਕ ਵਾਰੀ ਤੁਸੀਂ ਜਦੋਂ ਫਸਟ ਟਾਈਮ ਪੜ੍ਹੋਗੇ ਤੁਹਾਨੂੰ ਥੋੜ੍ਹੀ ਪ੍ਰੋਬਲਮ ਆਏਗੀ ਕਿ ਪਤਾ ਨਹੀਂ ਕੀ ਕਰਾਈ ਜਾ ਰਿਹਾ, ਬਟ ਇਟਸ ਓਕੇ। ਇਹ ਇੰਪੋਰਟੈਂਟ ਵੀ ਉਨਾ ਹੀ ਹੈ। ਠੀਕ ਹੈ, ਤੁਹਾਨੂੰ ਕਰਨਾ ਪਏਗਾ। ਸੋ ਇਹ ਇੱਕ ਡੈਫੀਨੇਸ਼ਨ ਅਸੀਂ ਬਾਅਦ ਵਿੱਚ ਪੜ੍ਹਦੇ ਹਾਂ। ਜੋ ਇਹ ਫਸਟ ਰੂਲ ਹੈ ਇਹ ਮੈਂ ਤੁਹਾਨੂੰ ਪਹਿਲੇ ਕਰਾ ਚੁੱਕੀ ਹਾਂ ਜਦੋਂ ਆਪਾਂ ਪਾਸਟ ਪਰਫੈਕਟ ਟੈਂਸ ਕੀਤਾ ਸੀ। ਤੁਹਾਨੂੰ ਬਹੁਤ ਈਜ਼ੀਲੀ ਸਮਝ ਆ ਜਾਏਗਾ। ਦੇਖੋ ਸਿੱਧਾ ਸੈਂਟੈਂਸ ਪੜ੍ਹਦੇ ਹਾਂ ਆਪਾਂ। ਆਈ ਹੈਡ ਸੀਨ ਹਿਮ ਬਿਫੋਰ ਹੀ ਸਟੋਪਡ ਹਿਜ਼ ਕਾਰ। ਉਹਦੇ ਕਾਰ ਰੁਕਣ ਤੋਂ ਪਹਿਲਾਂ ਮੈਂ ਉਹਨੂੰ ਦੇਖ ਚੁੱਕਾ ਸੀ। ਠੀਕ ਹੈ, ਉਹਦੇ ਕਾਰ ਰੁਕਣ ਤੋਂ ਪਹਿਲਾਂ ਵੈਨ ਹੀ ਸਟੋਪਡ ਹਿਜ਼ ਕਾਰ, ਮੈਂ ਉਹਨੂੰ ਦੇਖ ਚੁੱਕਿਆ ਸੀ। ਸੀ ਪਾਸਟ, ਦੇਖ ਚੁੱਕਾ ਸੀ ਐਕਸ਼ਨ ਪੁਰਾਣਾ ਹੈ। ਠੀਕ ਹੈ, ਆਈ ਹੈਡ ਸੀਨ ਹਿਮ। ਠੀਕ ਹੈ, ਅਤੇ ਜਿਹੜੇ ਦੋਨੋਂ ਐਕਸ਼ਨ ਹੈ ਦੋਨੋਂ ਪਾਸਟ 'ਚ ਹੋ ਰਹੇ ਹੈ। ਅਤੇ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਜਦੋਂ ਦੋਨੋਂ ਐਕਸ਼ਨ ਪਾਸਟ 'ਚ ਹੁੰਦੇ ਹੈ ਅਤੇ ਉੱਥੇ ਪਾਸਟ ਪਰਫੈਕਟ ਟੈਂਸ ਲੱਗਦਾ ਹੈ। ਅਤੇ ਹੁਣ ਕੀ ਹੋਏਗਾ ਕਿ ਇੱਕ ਸਿੰਪਲ ਪਾਸਟ 'ਚ ਲੱਗੇਗਾ ਅਤੇ ਇੱਕ ਪਾਸਟ ਪਰਫੈਕਟ 'ਚ ਲੱਗੇਗਾ। ਕਿਉਂ? ਕਿਉਂਕਿ ਦੋਨੋਂ ਹੀ ਐਕਸ਼ਨ ਪਾਸਟ ਦੇ ਹੈਗੇ ਹੈ। ਠੀਕ ਹੈ, ਆਈ ਹੈਡ ਸੀਨ ਹਿਮ ਬਿਫੋਰ ਹੀ ਸਟੋਪਡ ਹਿਜ਼ ਕਾਰ। ਕਿ ਲਗਾ ਲਓ ਕਿ ਜਿਹੜਾ ਬੰਦਾ ਉਹ ਆ ਕੇ ਕਿਸੇ ਨੂੰ ਦੱਸ ਰਿਹਾ ਹੈ ਕਿ ਇਹਦੇ ਕਾਰ ਰੁਕਣ ਤੋਂ ਪਹਿਲਾਂ ਮੈਂ ਇਹਨੂੰ ਪਹਿਲੀ ਦੇਖ ਚੁੱਕਿਆ ਸੀ। ਠੀਕ ਹੈ, ਦੋਨੋਂ ਐਕਸ਼ਨ ਪੁਰਾਣੇ ਹੈ, ਇਸ ਕਰਕੇ ਸਿੰਪਲ ਪਾਸਟ ਅਤੇ ਪਾਸਟ ਪਰਫੈਕਟ ਟੈਂਸ ਲੱਗਦਾ ਹੈ। ਠੀਕ ਹੈ, ਹੁਣ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ ਕਿ ਵੈਨ ਟੂ ਐਕਸ਼ਨਸ ਟੇਕ ਪਲੇਸ। ਦੋ ਐਕਸ਼ਨ ਇੱਥੇ ਕਿਹੜੇ ਆ? ਇੱਕ ਤਾਂ ਸੀਨ ਹੋ ਗਿਆ, ਇੱਕ ਸਟੋਪ ਹੋ ਗਿਆ। ਦੈਨ ਫਸਟ ਐਕਸ਼ਨ ਇਜ਼ ਇਨ ਪਾਸਟ ਪਰਫੈਕਟ ਫॉर्म। ਕਿ ਜਿਹੜਾ ਪਹਿਲਾ ਐਕਸ਼ਨ ਹੈ, ਦੇਖੋ ਇਹਦੇ 'ਚ ਐ ਨਹੀਂ ਕਰਨਾ ਕਿ ਪਹਿਲਾ ਐਕਸ਼ਨ ਹੈ ਅਤੇ ਇਹ ਪਹਿਲਾ ਐਕਸ਼ਨ ਹੈ, ਇਹ ਵਾਲਾ ਪਹਿਲਾ ਐਕਸ਼ਨ ਹੈ। ਇੱਕ ਮਿੰਟ ਰੁਕੋ, ਇਹ ਨਹੀਂ ਹੈ ਕਿ ਅਗਰ ਦੋ ਐਕਸ਼ਨ ਹੈ ਅਤੇ ਇਹ ਪਹਿਲਾ ਐਕਸ਼ਨ ਹੈ ਅਤੇ ਇਹ ਦੂਜਾ ਐਕਸ਼ਨ ਹੈ। ਹੋ ਵੀ ਸਕਦਾ, ਬਟ ਆਪਾਂ ਸੈਂਟੈਂਸ ਦਾ ਮੀਨਿੰਗ ਸਮਝਣਾ ਹੈ। ਆਪਾਂ ਇਹ ਦੇਖਣਾ ਹੈ ਕਿ ਐਕਸ਼ਨ ਪਹਿਲੇ ਹੋਇਆ ਕਿਹੜਾ। ਠੀਕ ਹੈ, ਸਿਰਫ ਲਾਈਨ ਵਿੱਚ ਨਹੀਂ ਦੇਖਣਾ ਕਿ ਇਹਦੀ ਸੀਰੀ ਇਹ ਪਹਿਲੇ ਲਿਖਿਆ ਹੋਇਆ ਅਤੇ ਇਹ ਪਹਿਲਾ ਸੈਂਟੈਂਸ ਹੈ। ਨੋ, ਸੈਂਟੈਂਸ ਵਿੱਚ ਜਿਹੜਾ ਕੰਮ ਪਹਿਲੇ ਹੋ ਰਿਹਾ ਉਹ ਪਹਿਲਾ ਸੈਂਟੈਂਸ ਹੈ ਸਾਡਾ। ਜੋ ਐਕਸ਼ਨ ਪਹਿਲੇ ਹੋ ਰਿਹਾ ਉਹ ਪਹਿਲਾ ਸੈਂਟੈਂਸ ਹੈ ਸਾਡਾ। ਹੁਣ ਇੱਥੇ ਪਹਿਲਾ ਐਕਸ਼ਨ ਕਿਹੜਾ ਹੋਇਆ? ਆਈ ਹੈਡ ਸੀਨ ਹਿਮ ਬਿਫੋਰ ਹੀ ਸਟੋਪਡ ਹਿਜ਼ ਕਾਰ। ਕਿ ਮੈਂ ਉਹਦੇ ਕਾਰ ਰੁਕਣ ਤੋਂ ਪਹਿਲਾਂ, ਮਤਲਬ ਕਾਰ ਬਾਅਦ ਵਿੱਚ ਰੁਕੀ, ਤੁਸੀਂ ਪਹਿਲੇ ਉਹਨੂੰ ਦੇਖ ਚੁੱਕੇ ਸੀ। ਇਹਦਾ ਮਤਲਬ ਇਹੀ ਫਸਟ ਐਕਸ਼ਨ ਬਣ ਰਿਹਾ ਨਾ ਕਿ ਤੁਸੀਂ ਉਹਨੂੰ ਪਹਿਲੇ ਦੇਖਿਆ ਫਿਰ ਉਹਨੇ ਕਾਰ ਰੋਕੀ। ਠੀਕ ਹੈ, ਅਤੇ ਉਹ ਇਹੀ ਕਹਿ ਰਿਹਾ ਹੈ ਉੱਪਰ ਡੈਫੀਨੇਸ਼ਨ ਵਿੱਚ ਇਹੀ ਲਿਖਿਆ ਕਿ ਜਿਹੜਾ ਪਹਿਲਾ ਸੈਂਟੈਂਸ ਹੋਏਗਾ ਉੱਥੇ ਪਾਸਟ ਪਰਫੈਕਟ ਲੱਗੇਗਾ ਅਤੇ ਜਿਹੜਾ ਦੂਜਾ ਐਕਸ਼ਨ ਹੋਏਗਾ ਜਿਹੜਾ ਬਾਅਦ ਵਿੱਚ ਹੋਏਗਾ ਪਾਸਟ ਵਿੱਚ ਹੀ, ਬਟ ਹੋਏਗਾ ਉਸ ਤੋਂ ਬਾਅਦ, ਉੱਥੇ ਆਪਾਂ ਸਿੰਪਲ ਪਾਸਟ ਟੈਂਸ ਲਗਾਵਾਂਗੇ। ਹੁਣ ਦੇਖੋ ਇੱਦਾਂ ਹੀ ਸੈਕਿੰਡ ਐਗਜ਼ਾਮਪਲ ਹੈ। ਵੈਨ ਆਨੰਦ ਰੀਚਡ ਦ ਵਿਲੇਜ ਦ ਨਿਊਜ਼ ਹੈਡ ਆਲਰੇਡੀ ਪ੍ਰਸੀਡਡ ਹਿਮ। ਕਿ ਆਨੰਦ ਜਦੋਂ ਵਿਲੇਜ ਪਹੁੰਚਿਆ ਉਹਦੇ ਤੋਂ ਪਹਿਲੇ ਉਹਦੀ ਨਿਊਜ਼ ਪਹੁੰਚ ਚੁੱਕੀ ਸੀਗੀ ਕਿ ਉਹ ਆ ਰਿਹਾ ਹੈ। ਅਤੇ ਆਨੰਦ ਪਹਿਲੇ ਪਹੁੰਚਿਆ ਕਿ ਨਿਊਜ਼ ਪਹਿਲੇ ਪਹੁੰਚੀ? ਨਿਊਜ਼ ਪਹਿਲੇ ਪਹੁੰਚੀ। ਅਤੇ ਇਹ ਕੀ ਹੋ ਗਿਆ? ਇੱਥੇ ਇਹ ਫਸਟ ਐਕਸ਼ਨ ਹੋ ਗਿਆ, ਇੱਥੇ ਇਹ ਜਿਹੜਾ ਆਨੰਦ ਵਾਲਾ ਹੈ ਉਹ ਇੱਥੇ ਸੈਕਿੰਡ ਐਕਸ਼ਨ ਹੋ ਗਿਆ। ਠੀਕ ਹੈ, ਇਸ ਕਰਕੇ ਨਿਊਜ਼ ਦੇ ਨਾਲ ਕੀ ਲੱਗਿਆ? ਪਾਸਟ ਪਰਫੈਕਟ। ਅਤੇ ਆਨੰਦ ਦੇ ਨਾਲ ਕੀ ਲੱਗਿਆ? ਸਿੰਪਲ ਪਾਸਟ। ਠੀਕ ਹੈ, ਦੁਬਾਰਾ ਦੇਖ ਲਓ ਇੱਕ ਵਾਰੀ ਇਹ ਵਾਲਾ। ਵੈਨ ਆਨੰਦ ਰੀਚ ਦ ਵਿਲੇਜ ਦ ਨਿਊਜ਼ ਹੈਡ ਆਲਰੇਡੀ ਪ੍ਰਸੀਡਡ ਹਿਮ। ਆਨੰਦ ਦੇ ਵਿਲੇਜ ਪਹੁੰਚਣ ਤੋਂ ਪਹਿਲਾਂ ਨਿਊਜ਼ ਪਹਿਲੇ ਹੀ ਪਹੁੰਚ ਚੁੱਕੀ ਹੋਈ ਸੀ। ਇਹਦਾ ਮਤਲਬ ਨਿਊਜ਼ ਪਹਿਲੇ ਪਹੁੰਚੀ ਸੀ ਅਤੇ ਨਿਊਜ਼ ਦੇ ਨਾਲ ਆਪਾਂ ਪਾਸਟ ਪਰਫੈਕਟ ਟੈਂਸ ਲਗਾਵਾਂਗੇ ਅਤੇ ਆਨੰਦ ਦੇ ਨਾਲ ਆਪਾਂ ਸਿੰਪਲ ਪਾਸਟ ਟੈਂਸ ਲਗਾਵਾਂਗੇ। ਓਕੇ, ਸੋ ਇਹ ਇੰਪੋਰਟੈਂਟ ਰੂਲ ਸੀਗਾ। ਨੈਕਸਟ ਦੇਖੋ, ਇਹ ਵੀ ਇਹ ਸੈਕਿੰਡ ਰੂਲ ਹੈ ਕਿ ਜਦੋਂ ਵੀ ਕੋਈ ਇਮੈਜੀਨੇਟਿਵ ਸੈਂਟੈਂਸ ਹੁੰਦਾ ਹੈ, ਹੁਣ ਜਿਵੇਂ ਇੱਥੇ ਇੱਕ ਐਗਜ਼ਾਮਪਲ ਲਿੱਤਾ ਹੋਇਆ, ਆਈ ਵਿਸ਼ ਆਈ ਵਰ ਅ ਬਰਡ। ਕਾਸ਼ ਮੈਂ ਇੱਕ ਬਰਡ ਹੁੰਦਾ, ਮੈਂ ਇੱਕ ਪਕਸ਼ੀ ਹੁੰਦਾ। ਅਤੇ ਜਦੋਂ ਵੀ ਇਹ ਇਮੈਜੀਨੇਟਿਵ ਸੈਂਟੈਂਸਿਸ ਹੁੰਦੇ ਆ ਉੱਥੇ ਆਈ ਦੇ ਨਾਲ ਹਮੇਸ਼ਾ ਵਰ ਲੱਗਦਾ ਹੈ। ਠੀਕ ਹੈ, ਵੈਸੇ ਸਾਨੂੰ ਦੇਖਣ ਨੂੰ ਲੱਗ ਰਿਹਾ ਕਿ ਨਹੀਂ ਹੈ ਤਾਂ ਆਈ ਦੇ ਨਾਲ ਕਿਵੇਂ ਵਰ ਲੱਗਿਆ? ਆਈ ਵਾਜ਼ ਅ ਬਰਡ ਆਉਣਾ ਚਾਹੀਦਾ ਸੀ। ਠੀਕ ਹੈ, ਬਟ ਗ੍ਰਾਮੈਟੀਕਲੀ ਜਦੋਂ ਤੁਸੀਂ ਇਮੈਜੀਨੇਟਿਵ ਸੈਂਟੈਂਸਿਸ ਵਿੱਚ ਵਰਬ ਲਗਾਉਂਦੇ ਹੋ, ਹੈਲਪਿੰਗ ਵਰਬਸ ਲਗਾਉਂਦੇ ਹੋ, ਅਤੇ ਉਦੋਂ ਤੁਸੀਂ ਇੱਥੇ ਆਈ ਦੇ ਨਾਲ ਵਰ ਲਗਾਉਂਦੇ ਹੋ। ਠੀਕ ਹੈ, ਦਿਸ ਵਾਜ਼ ਇੰਪੋਰਟੈਂਟ। ਓਕੇ, ਨੈਕਸਟ ਰੂਲ ਦੇਖੋ। ਹੁਣ ਨੈਕਸਟ ਰੂਲ ਹੈ ਕਿ ਆਪਾਂ ਬਾਏ ਦਾ ਟਾਈਮ ਜਦੋਂ ਸਾਡਾ ਸੈਂਟੈਂਸਿਸ ਵਿੱਚ ਯੂਜ਼ ਹੁੰਦਾ ਹੈ ਅਤੇ ਗ੍ਰਾਮਰ ਵਿੱਚ ਉਹਦੇ ਕੀ ਰੂਲਸ ਹੈ।
ਬਾਏ ਦ ਟਾਈਮ। ਬਾਏ ਦ ਟਾਈਮ ਨੂੰ ਤੁਸੀਂ ਇੱਦਾਂ ਲਗਾ ਲਓ, ਜਦੋਂ ਤੁਹਾਨੂੰ ਲੱਗੇ ਕਿ ਹਾਏ ਬਾਏ ਦ ਟਾਈਮ ਇਹਦੀ ਕਿਵੇਂ ਹਿੰਦੀ ਬਣਾਈਏ, ਬਾਏ ਦ ਟਾਈਮ 'ਤੇ ਤੁਸੀਂ ਵੈਨ ਰੱਖ ਕੇ ਦੇਖ ਲਿਆ ਕਰੋ, ਇੱਕੋ ਹੀ ਮਤਲਬ ਹੈ ਬਾਏ ਦ ਟਾਈਮ ਦਾ ਜਾਂ ਵੈਨ ਦਾ। ਬਾਏ ਦ ਟਾਈਮ ਦ ਪੁਲਿਸ ਅਰਾਈਵਡ, ਲਗਾ ਲਓ ਕਿ ਵੈਨ ਦ ਪੁਲਿਸ ਅਰਾਈਵਡ ਦ 2 men had disappeared, ਕਿ ਜਦੋਂ ਪੁਲਿਸ ਉੱਥੇ ਪਹੁੰਚੀ 2 men ਉੱਥੋਂ ਜਾ ਚੁੱਕੇ ਸੀ। ਜਾ ਚੁੱਕੇ ਸੀ ਮਤਲਬ ਪਾਸਟ ਪਰਫੈਕਟ, ਸੀ ਹੋ ਗਿਆ ਨਾ, ਪੁਰਾਣਾ ਕੰਮ ਹੈ, ਅਤੇ ਦ ਮੈਨ ਹੈਡ ਡਿਸਅਪੀਅਰਡ ਆਏਗਾ। ਠੀਕ ਹੈ, ਇੱਥੇ ਵੀ ਦੇਖੋ ਸਿੰਪਲ ਪਾਸਟ ਅਤੇ ਪਾਸਟ ਪਰਫੈਕਟ। ਇਹ ਨਾ ਚੀਜ਼ ਤੁਸੀਂ ਆਪਣੀ ਯਾਦ ਰੱਖ ਲਓ ਕਿ ਜਦੋਂ ਤੁਸੀਂ ਲਗਾ ਲਓ ਤੁਹਾਨੂੰ ਇੱਕ ਐਰਰ ਦਿੱਤਾ ਹੋਇਆ, ਹਮੇਸ਼ਾ ਤੁਹਾਨੂੰ ਇੱਦਾਂ ਨਹੀਂ ਹੋਏਗਾ ਕਿ ਮਤਲਬ ਦੋਨੋਂ ਚੀਜ਼ਾਂ ਨਾ ਦਿੱਤੀਆਂ ਹੋਣ, ਹੋ ਵੀ ਸਕਦਾ ਵੈਸੇ, ਬਟ ਇੱਕ ਸਿੰਪਲ ਪਾਸਟ 'ਚ ਆਏਗਾ ਅਤੇ ਇੱਕ ਪਾਸਟ ਪਰਫੈਕਟ 'ਚ ਆਏਗਾ। ਕਦੀ ਵੀ ਇੱਦਾਂ ਨਹੀਂ ਹੋਏਗਾ ਕਿ ਦੋਨੋਂ ਸਿੰਪਲ ਪਾਸਟ ਟੈਂਸ ਲੱਗ ਗਏ, ਕਦੀ ਇਹ ਚੀਜ਼ ਪੋਸੀਬਲ ਨਹੀਂ ਹੈ। ਜਿੱਥੇ ਵੀ ਸਿੰਪਲ ਪਾਸਟ ਆਏਗਾ ਅਤੇ ਅਗਰ ਉਹਦੇ ਨਾਲ ਦੂਜਾ ਐਕਸ਼ਨ ਲੱਗਿਆ ਹੋਇਆ ਤਾਂ ਉੱਥੇ ਪਾਸਟ ਪਰਫੈਕਟ ਟੈਂਸ ਹੀ ਲੱਗੇਗਾ। ਠੀਕ ਹੈ, ਹੁਣ ਇੱਥੇ ਇਹੀ ਚੀਜ਼ ਐਕਸਪਲੇਨ ਕੀਤੀ ਹੋਈ ਹੈ ਡੈਫੀਨੇਸ਼ਨ ਵਿੱਚ। ਹੁਣ ਨੈਕਸਟ ਦੇਖੋ ਇਹਦਾ, ਹੁਣ ਇੱਕ ਤਾਂ ਇਹ ਹੋ ਗਿਆ ਨਾ ਰੂਲ, ਇੱਕ ਅਗਲਾ ਰੂਲ ਇਹ ਹੈਗਾ ਬਾਏ ਦ ਟਾਈਮ ਦ ਪੁਲਿਸ ਅਰਾਈਵ। ਹੁਣ ਇਹਨੂੰ ਬੜੇ ਧਿਆਨ ਨਾਲ ਦੇਖਣਾ, ਦੇਖੋ ਇੱਥੇ ਸੀਗਾ ਅਰਾਈਵਡ, ਇੱਕ ਮਿੰਟ ਰੁਕੋ, ਇੱਥੇ ਸੀਗਾ ਬਾਏ ਦ ਟਾਈਮ ਦ ਪੁਲਿਸ ਅਰਾਈਵਡ, ਇੱਥੇ ਸੀ ਵਰਬ ਦੀ ਸੈਕਿੰਡ ਫਾਰਮ। ਹੁਣ ਜਿਹੜਾ ਮੈਂ ਅਗਲਾ ਐਗਜ਼ਾਮਪਲ ਲੈ ਰਹੀ ਹਾਂ ਇਹ ਵਾਲਾ, ਉੱਥੇ ਕੀ ਹੈ ਬਾਏ ਦ ਟਾਈਮ ਦ ਪੁਲਿਸ ਅਰਾਈਵ, ਵਰਬ ਦੀ ਫਸਟ ਫਾਰਮ ਲੱਗੀ ਹੋਈ ਹੈ। ਜਦੋਂ ਵਰਬ ਦੀ ਸੈਕਿੰਡ ਫਾਰਮ ਸੀ ਉਦੋਂ ਮੈਂ ਤੁਹਾਨੂੰ ਕੀ ਕਿਹਾ ਕਿ ਪਾਸਟ ਪਰਫੈਕਟ ਟੈਂਸ ਲਗਾ ਦੇਣਾ, ਲੇਕਿਨ ਹੁਣ ਇੱਥੇ ਕੀ ਹੈ ਵਰਬ ਦੀ ਫਸਟ ਫਾਰਮ ਹੈ ਅਤੇ ਨਾਲ ਬਾਏ ਦਾ ਟਾਈਮ ਵੀ ਲੱਗਿਆ ਹੋਇਆ, ਅਤੇ ਤੁਸੀਂ ਕੀ ਲਗਾਓਗੇ ਦ 2 men will have escaped। will have escaped ਮਤਲਬ ਫਿਊਚਰ ਪਰਫੈਕਟ ਟੈਂਸ। ਇਹਨੂੰ ਹਿੰਦੀ 'ਚ ਬੋਲ ਕੇ ਦੇਖੀਏ ਆਪਾਂ, ਬਾਏ ਦ ਟਾਈਮ ਦੀ ਜਗ੍ਹਾ ਤੁਸੀਂ ਵੈਨ ਲਗਾ ਲਓ। ਵੈਨ ਦ ਪੁਲਿਸ ਅਰਾਈਵ, ਜਦੋਂ ਪੁਲਿਸ ਉੱਥੇ ਪਹੁੰਚੇਗੀ 2 men ਉੱਥੋਂ ਭੱਜ ਚੁੱਕੇ ਹੋਣਗੇ। ਠੀਕ ਹੈ, ਹੁਣ ਇੱਥੇ ਵੀ ਤੁਸੀਂ ਇਹ ਨਹੀਂ ਕਹਿਣਾ ਕਿ ਮੈਮ ਇੱਥੇ ਤੁਸੀਂ ਇੱਦਾਂ ਕਹਿ ਰਹੇ ਹੋ ਵੈਨ ਜਦੋਂ ਪੁਲਿਸ ਉੱਥੇ ਪਹੁੰਚੇਗੀ ਅਤੇ ਤੁਸੀਂ ਵਿਲ ਅਰਾਈਵ ਕਿਉਂ ਨਹੀਂ ਲਗਾਇਆ। ਮੈਂ ਹੁਣੇ ਤੁਹਾਨੂੰ ਇਹ ਗੱਲ ਸਮਝਾਈ ਹੈ ਕਿ ਇੱਕ ਸੈਂਟੈਂਸ ਵਿੱਚ ਦੋਨੋਂ ਫਿਊਚਰ ਦੀ ਫਾਰਮਸ ਇਕੱਠੀਆਂ ਨਹੀਂ ਲੱਗ ਸਕਦੀਆਂ, ਬਟ ਇੱਥੇ ਇਹਦਾ ਮਤਲਬ ਇਹੀ ਹੈ ਕਿ ਜਦੋਂ ਉੱਥੇ ਪੁਲਿਸ ਪਹੁੰਚੇਗੀ ਉਹ 2 men ਉੱਥੋਂ ਜਾ ਚੁੱਕੇ ਹੋਣਗੇ। ਜਾ ਚੁੱਕੇ ਹੋਣਗੇ ਫਿਊਚਰ ਵਿੱਚ ਹੈ ਅਤੇ ਅਸੀਂ ਇੱਥੇ ਫਿਊਚਰ ਪਰਫੈਕਟ ਟੈਂਸ ਲਗਾਤਾ। ਠੀਕ ਹੈ, ਇਹ ਰੂਲ ਹੈ ਗ੍ਰਾਮਰ ਦਾ, ਇਹ ਤੁਸੀਂ ਸਰਚ ਵੀ ਕਰ ਲੈਣਾ ਜਿੱਥੋਂ ਮਰਜ਼ੀ ਕਿ ਅਗਰ ਇੱਥੇ ਫਿਊਚਰ ਪਰਫੈਕਟ ਲੱਗਿਆ ਹੋਇਆ ਹੈ ਅਤੇ ਇੱਥੇ ਅਸੀਂ ਪ੍ਰੈਜ਼ੈਂਟ ਦੀ ਹੀ ਫਾਰਮ ਯੂਜ਼ ਕਰਦੇ ਹਾਂ, ਆਪਾਂ 2 ਫਿਊਚਰ ਦੀ ਫਾਰਮਸ ਇਕੱਠੀਆਂ ਨਹੀਂ ਯੂਜ਼ ਕਰਾਂਗੇ ਕਦੀ ਵੀ। ਠੀਕ ਹੈ, ਓਕੇ, ਹੁਣ ਨੈਕਸਟ ਦੇਖੋ, ਬਸ ਇਹਨੂੰ ਐਕਸਪਲੇਨ ਕੀਤਾ ਹੋਇਆ ਅਤੇ ਹੁਣ ਇਹੀ ਲਿਖਿਆ ਹੋਇਆ ਮੈਂ ਨੀਚੇ ਕਿ ਬਾਏ ਦ ਟਾਈਮ ਨੂੰ ਤੁਸੀਂ ਰਿਪਲੇਸ ਕਰ ਸਕਦੇ ਹੋ ਵੈਨ ਨਾਲ। ਠੀਕ ਹੈ, ਕਦੀ ਕਦੀ ਇੱਦਾਂ ਵੀ ਲਿਖਿਆ ਹੋ ਸਕਦਾ ਹੈ ਕਿ ਬਾਏ ਦ ਟਾਈਮ ਨਾ ਦਿੱਤਾ ਹੋਇਆ ਇੱਥੇ ਵੈਨ ਹੀ ਲਿਖਿਆ ਹੋਏ, ਤਾਂ ਵੀ ਤੁਸੀਂ ਇਹੀ ਰੂਲਸ ਹੀ ਲਗਾਉਣੇ ਆ। ਠੀਕ ਹੈ, ਸੇਮ ਮੀਨਿੰਗ ਹੈ ਬਾਏ ਦ ਟਾਈਮ ਅਤੇ ਵੈਨ ਦਾ। ਨੈਕਸਟ ਰੂਲ, ਹਾਂ ਇਹ ਵੀ ਇੰਪੋਰਟੈਂਟ ਹੈ, ਇਟਸ ਟਾਈਮ, ਇਟਸ ਹਾਈ ਟਾਈਮ, ਇਟਸ ਅਬਾਊਟ ਟਾਈਮ। ਜਦੋਂ ਕੋਈ ਵੀ ਸੈਂਟੈਂਸ ਤੁਹਾਡਾ ਇਹ ਵਰਡਸ ਤੋਂ ਸ਼ੁਰੂ ਹੁੰਦਾ ਹੈ, ਇਟਸ ਟਾਈਮ, ਇਟਸ ਹਾਈ ਟਾਈਮ, ਇਟਸ ਅਬਾਊਟ ਟਾਈਮ, ਅਤੇ ਉੱਥੇ ਆਪਾਂ ਕੀ ਰੂਲਸ ਯੂਜ਼ ਕਰਨੇ ਹੈ, ਇਹ ਰੂਲਸ ਤੁਹਾਨੂੰ ਰੱਟੇ ਮਾਰਨੇ ਪੈਣੇ ਆ। ਠੀਕ ਹੈ, ਇਹਨਾਂ ਦਾ ਕੋਈ ਆਪਸ਼ਨ ਨਹੀਂ ਹੈ, ਮੈਂ ਵੀ ਇੱਦਾਂ ਹੀ ਯਾਦ ਕੀਤੇ ਹੋਏ ਆ। ਵੈਨ ਐਵਰ ਅ ਸੈਂਟੈਂਸ ਸਟਾਰਟਸ ਵਿਦ ਫਰੋਮ ਦੀਜ਼ ਲਾਈਨਸ ਆਲਵੇਜ਼ ਯੂਜ਼ ਵਰਬ ਦੀ ਸੈਕਿੰਡ ਫਾਰਮ ਆਫਟਰ ਸਬਜੈਕਟ। ਸਬਜੈਕਟ ਕੀ ਹੁੰਦਾ ਹੈ, ਜਿਹੜਾ ਬੰਦਾ ਮੇਨ ਗੱਲ ਕਰ ਰਿਹਾ ਹੈ, ਜਾਂ ਠੀਕ ਹੈ ਜਿਸ ਬੰਦੇ ਜੋ ਮਤਲਬ ਸੈਂਟੈਂਸ ਵਿੱਚ ਮੇਨ ਬੰਦਾ ਹੈ, ਮੇਨ ਰੋਲ ਹੈ, ਉਹ ਹੁੰਦਾ ਸਬਜੈਕਟ। ਠੀਕ ਹੈ, ਓਕੇ, ਉਸ ਤੋਂ ਬਾਅਦ ਆਪਾਂ ਵਰਬ ਦੀ ਸੈਕਿੰਡ ਫਾਰਮ ਲਗਾ ਦੇਣੀ ਹੈ। ਸਿਰਫ ਇਹ ਚੀਜ਼ਾਂ ਜਿਹੜੇ ਸੈਂਟੈਂਸਿਸ ਇਹ ਵਰਡਸ ਤੋਂ ਸ਼ੁਰੂ ਹੋਣਗੇ, ਜਿਵੇਂ ਕਿ ਐਗਜ਼ਾਮਪਲ ਦੇਖੋ, ਇਟਸ ਟਾਈਮ ਯੂ ਸ਼ੁੱਡ ਸਟੱਡੀ। ਸਾਨੂੰ ਦੇਖਣ ਨੂੰ ਕਿੰਨਾ ਠੀਕ ਲੱਗ ਰਿਹਾ ਨਾ, ਬਟ ਇਹ ਇਨਕਰੈਕਟ ਹੈ ਗ੍ਰਾਮੈਟੀਕਲੀ। ਠੀਕ ਹੈ, ਇੱਥੇ ਕੀ ਆਏਗਾ, ਇਟਸ ਟਾਈਮ ਯੂ ਸਟੱਡਿਡ। ਠੀਕ ਹੈ, ਇਟਸ ਟਾਈਮ, ਜਿੱਥੇ ਇਟਸ ਟਾਈਮ ਆ ਗਿਆ ਉੱਥੇ ਯੂ ਤੋਂ ਬਾਅਦ, ਯੂ ਇੱਥੇ ਕੀ ਹੈ ਸਬਜੈਕਟ ਹੈ, ਸਬਜੈਕਟ ਤੋਂ ਬਾਅਦ ਆਪਾਂ ਕੀ ਲਗਾਤਾ ਵਰਬ ਦੀ ਸੈਕਿੰਡ ਫਾਰਮ, ਕਰੈਕਟ। ਨੈਕਸਟ ਦੇਖੋ, ਇਟਸ ਹਾਈ ਟਾਈਮ ਵੀ ਸ਼ੁੱਡ ਹੈਵ ਡਨ ਸਮਥਿੰਗ ਯੂਜ਼ਫੁਲ। ਸਾਨੂੰ ਹੁਣ ਇਹ ਵੀ ਠੀਕ ਲੱਗ ਰਿਹਾ, ਬਟ ਇਹ ਗ੍ਰਾਮੈਟੀਕਲੀ ਰੋਂਗ ਹੈ। ਇਟਸ ਹਾਈ ਟਾਈਮ, ਵੀ ਸਬਜੈਕਟ ਹੋ ਗਿਆ, ਵੀ ਤੋਂ ਬਾਅਦ ਆਪਾਂ ਕੀ ਲਗਾਉਣੀ ਹੈ ਵਰਬ ਦੀ ਸੈਕਿੰਡ ਫਾਰਮ। ਇੱਥੇ ਕੀ ਸੀਗਾ, ਹੈਵ ਡਨ ਲੱਗਿਆ ਹੋਇਆ ਸੀ, ਮਤਲਬ ਡੂ ਦੀ ਫਾਰਮਸ ਚੱਲ ਰਹੀਆਂ ਨੇ। ਡੂ ਦੀ ਸੈਕਿੰਡ ਫਾਰਮ ਕੀ ਹੁੰਦੀ ਹੈ, ਡੂ, ਡਿਡ, ਡਨ।
ठीक है। तो वर्ब की सैकेंड फॉर्म इत्थे लग गई, वी डिड सारा कट गया, समथिंग यूजफुल, ये करैक्ट है। ओके नैक्सट, इफ़ आई विल वर्क हार्ड आई विल सक्सीड। देखो वही चीज़ दोबारा आ गई, ਇਹ क्यों इनकरैक्ट है? देखने ਨੂੰ ਤਾਂ बिल्कुल सही है कि अगर मैं वर्क हार्ड करांगा मैं सक्सीड हो जावांगा, दोनों ਜਿਹੜੀ ਲਾਈਨਸ ਹੈ ਫਿਊਚਰ ਵਿੱਚ ਹੈ। ਫਿਰ ਆਪਾਂ ਇੱਥੇ ਵੀ ਇਫ ਆਈ ਵਿਲ ਵਰਕ ਹਾਰਡ ਆਈ ਵਿਲ ਸਕਸੀਡ, ਇਹ ਤਾਂ ਠੀਕ ਹੋਣਾ ਚਾਹੀਦਾ। ਬਟ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਇੱਕ ਸੈਂਟੈਂਸ ਦੇ ਅੰਦਰ ਤੁਸੀਂ ਦੋ ਫਿਊਚਰ ਦੀ ਫਾਰਮਸ ਨਹੀਂ ਲਗਾ ਸਕਦੇ, ਇਹ ਗ੍ਰਾਮੈਟਿਕਲੀ ਰੋਂਗ ਹੈ, ਇਹ ਰੂਲਸ ਹੈ ਗ੍ਰਾਮਰ ਦੇ, ਠੀਕ ਹੈ। ਅਤੇ ਤੁਸੀਂ ਇਹਨੂੰ ਕਿੱਦਾਂ ਲਿਖੋਗੇ? ਜਿਹੜਾ ਕੰਮ ਪਹਿਲੇ ਹੋਇਆ ਹੈ, ਪਹਿਲੇ ਕਿਹੜਾ ਕੰਮ ਹੋ ਰਿਹਾ ਕਿ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਹੀ ਤੁਸੀਂ ਸਫਲ ਹੋਵੋਗੇ ਨਾ, ਅਤੇ ਇਹਦਾ ਮਤਲਬ ਮਿਹਨਤ ਤੁਸੀਂ ਕਰ ਰਹੇ ਹੋ ਜਿਹੜੀ ਉਹ ਪਹਿਲਾ ਕੰਮ ਹੈ। ਸੋ ਇੱਥੇ ਕੀ ਲੱਗੇਗਾ? ਸਿੰਪਲ ਪ੍ਰੈਜ਼ੈਂਟ ਟੈਂਸ, आई विल सक्सीड। नैक्सट की हो जाएगा सिंपल फ्यूचर इच, ठीक है। इफ़ आई विल वर्क हार्ड आई विल सक्सीड इज़ रॉन्ग। अगर मैं मेहनत करांगा मैं सफल हो जावांगा, बोलन हिंदी च बिल्कुल ठीक है, बट इत्थे विल नहीं लगेगा, ग्रामेटिकली यह गलत है। यह किवें लगेगा? इफ़ आई वर्क हार्ड आई विल सक्सीड, विल इक्को वारी लगना है सेंटेंस इच, ठीक है। ओके नैक्सट रूल, अगर दो एक्शनस हैं, इफ़ टू एक्शनस आर टेकिंग प्लेस एंड यू आर श्योर, आप कर चुके हो दैट फर्स्ट एक्शन इज़ कंप्लीटेड एंड सैकेंड एक्शन विल टेक प्लेस इन फ्यूचर, तो उत्थे की लगाते सी आपां, किहदा रूल सी कि जदों दो एक्शन है तो एक दा तुहानूं पहले एक्शन का पता है कि यह तुहानूं श्योरिटी होनी चाहिए है कि वो एक्शन खत्म हो चुका होया है, तो नैक्सट जिहड़ा एक्शन है वो हले फ्यूचर विच होएगा। उत्थे की हुंदा सी साडा फ्यूचर परफेक्ट टेंस, आपां कल कीता सीगा ना थर्ड वीडियो विच, ठीक है। दिस हुण दा एग्जाम्पल देखो, बॉब विल हैव गॉन टू द लाइब्रेरी बिफोर ही कम्स टू द क्लास, कि जो बॉब है वो क्लास विच आउण तो पहला वो लाइब्रेरी जा चुका होएगा। बॉब विल हैव गॉन टू द लाइब्रेरी बिफोर ही कम्स टू द क्लास, ठीक है। ਇਹਦਾ ਇਹ रूल समझ लो कि जिवें हुण ਇਹਦੇ 'ਚ ਕਿਹੜਾ एक्शन पहले खत्म हो चुका है कि बॉब विल हैव गॉन टू द लाइब्रेरी, कि लाइब्रेरी वो जा चुका होएगा क्लास विच आउण तो पहला, मतलब क्लास विच हले उन्हें आना है, यह सैकेंड सेंटेंस हो गया। बॉब विल हैव गॉन टू द लाइब्रेरी, यह तुहानूं श्योरिटी है कि वो लाइब्रेरी जा ही चुका होएगा, ठीक है। सो इत्थे की लग गया फ्यूचर परफेक्ट, तो इत्थे फ्यूचर परफेक्ट दे नाल आपां की लगांदे सी सिंपल प्रेजेंट टेंस। यह भी रूल बहुत इंपॉर्टेंट है। नैक्सट हुण आ गए परफेक्ट कंटीन्यूस टेंस, ठीक है। प्रेजेंट परफेक्ट कंटीन्यूस, पास्ट परफेक्ट कंटीन्यूस ते फ्यूचर परफेक्ट कंटीन्यूस। ओके ਇਹ ਤਿੰਨੋਂ ही करांगे आप, अज वोकैबलरी नहीं करांगे, ठीक है। मैं कल करावांगी तुहानूं वोकैबलरी, अज थोड़ा लैक्चर पहले ही लेंदी हो गया सी। ओके प्रेजेंट परफेक्ट कंटीन्यूस, दिस टेंस शोज एन एक्शन दैट हैज स्टार्टेड इन द पास्ट एंड हैज कंटिन्यूड अप टू द प्रेजेंट मोमेंट। हुण है की है प्रेजेंट परफेक्ट कंटीन्यूस, कि एक ऐसा एक्शन, एक ऐसा काम जो पास्ट विच शुरू होया सी ते हले भी प्रेजेंट विच चल रहा है, मतलब काम प्रोग्रेस विच भी है ते काम पास्ट विच शुरू भी हो चुका सी, ठीक है। प्रेजेंट परफेक्ट कंटीन्यूस जदों जिहड़ा तुहाडा एक्शन है वो पास्ट विच शुरू हो चुका सी लेकिन प्रेजेंट विच हले भी वो चल रहा है, उत्थे आपां लगावांगे प्रेजेंट परफेक्ट कंटीन्यूस टेंस। रूल है देखिए, हैज़ बिन, हैव बिन प्लस वर्ब दी फर्स्ट फॉर्म प्लस ING। हैज़ बिन कदों लगेगा? सिंगुलर इच, हैव बिन लगेगा प्लूरल इच, प्लस वर्ब दी फर्स्ट फॉर्म प्लस ING। यह क्यों लग्या? क्योंकि साडे जिहड़े एक्शन है हले भी चल रहे हैं, कंटीन्यूस है, तो जिथे कंटीन्यूस टेंस होएगा उत्थे आपां ING लगाना ही लगाना है। इहदा एग्जाम्पल देखो, इफ आई हैव बीन रीडिंग वॉर एंड पीस, वॉर एंड पीस एक बुक का नेम है, फॉर अ मंथ नाउ, कि एक महीना पहले देखो उन्होंने वॉर एंड पीस पढ़नी शुरू की, तो आई हैव बीन रीडिंग मतलब कि मैं अज भी वॉर एंड पीस पढ़ रहा हाँ। 1 मंथ पहले उन्होंने शुरू की सी ते अज भी हले वो बुक पढ़ रहे हैं, इस करके आई हैव बीन रीडिंग, आई आता हैव बीन आएगा प्लस वर्ब दी फर्स्ट फॉर्म प्लस ING। इट मीनस एन एक्टिविटी, इत्थे एक्टिविटी की है? रीडिंग। हैज़ स्टार्टेड समवेयर इन द पास्ट, कि उन्होंने पास्ट शुरू तो की सी
ਐਂਡ ਨੋਟ ਯੈਟ ਫਿਨਿਸ਼ਡ ਇਨ ਦ ਪ੍ਰੈਜੈਂਟ, ਤੇ ਪ੍ਰੈਜੈਂਟ ਵਿੱਚ ਹਲੇ ਵੀ ਉਹ ਐਕਟੀਵਿਟੀ ਫਿਨਿਸ਼ ਨਹੀਂ ਹੋਈ। ਓਕੇ, ਨੈਕਸਟ ਐਗਜ਼ਾਮਪਲ ਦੇਖੋ ਇਹਦਾ, Mia has been competing in dance competitions recently and she will continue to do so। ਠੀਕ ਹੈ, ਜੋ ਮੀਆਂ ਹੈ ਉਹ ਹੁਣ ਤੱਕ ਡਾਂਸ ਕੰਪੀਟੀਸ਼ਨਸ ਵਿੱਚ ਪਾਰਟਿਸਿਪੇਟ ਕਰਦੀ ਆਈ ਹੈ ਤੇ ਅੱਜ ਵੀ ਕਰੇਗੀ। ਠੀਕ ਹੈ, ਮੀਆਂ ਹੈਜ਼ ਬੀਨ ਕੰਪੀਟਿੰਗ ਇਨ ਡਾਂਸ ਕੰਪੀਟੀਸ਼ਨਸ ਰੀਸੈਂਟਲੀ। ਹੁਣ ਇੱਥੇ ਵੀ ਉਹੀ ਗੱਲ ਆ ਗਈ, ਦੇਖੋ ਜਿਵੇਂ ਆਪਾਂ ਕੰਟੀਨਿਊਸ ਟੈਂਸ ਵਿੱਚ ਕੀਤੀ ਸੀ ਨਾ ਕਿ ਕਈ ਵਰਡਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਪਿੱਛੇ ਆਪਾਂ ING ਨਹੀਂ ਲਗਾਉਂਦਾ। ਜੇ ਤੁਸੀਂ ਇਹ ਚੀਜ਼ ਦੁਬਾਰਾ ਸਮਝਣੀ ਹੈ ਤੇ ਪਲੀਜ਼ ਫਰਸਟ ਜਾਂ ਸੈਕਿੰਡ ਵੀਡੀਓਜ਼ ਦੇਖ ਕੇ ਫਿਰ ਇਹ ਵੀਡੀਓਜ਼ ਦੇਖੋ, ਵਿਚਕਾਰੋਂ ਦੇਖੋਗੇ ਤੇ ਤੁਹਾਨੂੰ ਕੁਛ ਨਹੀਂ ਸਮਝ ਆਉਣਾ। ਠੀਕ ਹੈ, ਅੱਗੋਂ ਵੋਇਸ ਵੀ ਕਰਵਾਉਣੀ ਹੈ ਤੁਹਾਨੂੰ, ਐਕਟਿਵ ਵੋਇਸ, ਪੈਸਿਵ ਵੋਇਸ, ਅਤੇ ਉਹ ਤਾਂ ਹੀ ਸਮਝ ਆਉਣੀ ਹੈ ਜੇ ਤੁਹਾਨੂੰ ਟੈਂਸਿਸ ਆਉਂਦੇ ਹੋਣਗੇ। ਇਸੇ ਲਈ ਮੈਂ ਸਭ ਤੋਂ ਪਹਿਲਾ ਟੌਪਿਕ ਇਹੀ ਚੱਕਿਆ ਹੈ। ਠੀਕ ਹੈ, ਇਹ ਬੇਸ ਹੈ ਸਾਡਾ ਗ੍ਰਾਮਰ ਦਾ। ਓਕੇ, ਨਾਓ I have been owing my car since 2007। this is incorrect, ਕਦੀ ਵੀ owing ਨਹੀਂ ਹੁੰਦਾ। I have owned my car since 2007। ਹੁਣ ਇਹ ਤੁਹਾਨੂੰ ਯਾਦ ਹੈ ਕਿ ਫਰਸਟ ਲੈਕਚਰ ਵਿੱਚ ਇੱਕ ਬੱਚੇ ਦਾ ਡਾਊਟ ਸੀ, ਅਗਰ ਉਹ ਇਹ ਵੀਡੀਓ ਦੇਖ ਰਿਹਾ ਹੈ, ਕਿ ਜਦੋਂ ਮੈਮ ਫੋਰ ਜਾਂ ਸਿੰਸ ਆ ਜਾਂਦਾ ਉੱਥੇ ਤਾਂ ਆਪਾਂ ਪਰਫੈਕਟ ਕੰਟੀਨਿਊਸ ਟੈਂਸ ਲਗਾਉਂਦੇ ਹਾਂ। ਅਤੇ ਦੇਖੋ ਉੱਥੇ ਇਹ ਸੈਂਟੈਂਸ ਸੀ ਤੁਹਾਡਾ ਸੇਮ ਨੋਨ ਵਾਲਾ, ਨੋਇੰਗ ਵਾਲਾ, ਅਤੇ ਤੁਸੀਂ ਉੱਥੇ ਮੈਂ ਤੁਹਾਨੂੰ ਇਹ ਕਰਵਾਇਆ ਸੀ ਪ੍ਰੈਜੈਂਟ ਪਰਫੈਕਟ ਵਿੱਚ, ਅਤੇ ਤੁਸੀਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਪਰਫੈਕਟ ਕੰਟੀਨਿਊਸ ਕਿਉਂ ਨਹੀਂ ਲਗਾਇਆ। ਠੀਕ ਹੈ, ਦੇਖੋ ਇਸ ਕਰਕੇ ਨਹੀਂ ਲਗਾਇਆ ਕਿਉਂਕਿ ਨੋ ਦੇ ਨਾਲ ਕਦੀ ਵੀ ING ਨਹੀਂ ਲੱਗਦਾ। ਠੀਕ ਹੈ, ਇਸ ਕਰਕੇ ਜਦੋਂ ਵੀ ਨੋਨ, ਔਨ, ਇਹੋ ਜਿਹੇ ਵਰਡ ਸਾਡੇ ਯੂਜ਼ ਹੁੰਦੇ ਆ ਉੱਥੇ ਆਪਾਂ ਸਿੰਪਲ ਪ੍ਰੈਜੈਂਟ ਪਰਫੈਕਟ ਟੈਂਸ ਆਪਾਂ ਯੂਜ਼ ਕਰ ਦਿੰਦੇ ਹਾਂ। ਠੀਕ ਹੈ, ਮੈਂ ਦੁਬਾਰਾ ਦੇਖ ਦਿੰਦੀ ਹਾਂ ਐਗਜ਼ਾਮਪਲਸ ਤੁਹਾਨੂੰ, ਇੱਕ ਵਾਰੀ ਦੁਬਾਰਾ ਦੇਖੋ। ਆਈ ਹੈਵ ਬੀਨ ਓਇੰਗ ਮਾਈ ਕਾਰ ਸਿੰਸ 2007। ਕਿ 2007 ਤੋਂ ਲੈ ਕੇ ਹੁਣ ਤੱਕ ਮੈਂ ਕਾਰ ਓਨ ਕਰ ਰਿਹਾ। ਇਹਦਾ ਮਤਲਬ ਤਾਂ ਹੀ ਬਣ ਰਿਹਾ ਕਿ ਇੱਥੇ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਲੱਗਣਾ ਚਾਹੀਦਾ ਹੈ, ਕਿਉਂਕਿ ਤੁਸੀਂ ਪਾਸਟ ਦੀ ਗੱਲ ਕਰਕੇ ਪ੍ਰੈਜੈਂਟ ਵਿੱਚ ਵੀ ਉਹ ਕੰਮ ਹਲੇ ਵੀ ਤੁਸੀਂ ਉਸ ਕਾਰ ਨੂੰ ਓਨ ਕਰਦੇ ਹੋ, ਲੇਕਿਨ ਇਹ ਗ੍ਰਾਮੈਟੀਕਲੀ ਰੋਂਗ ਹੈ। ਓਨ ਦੇ ਨਾਲ ਕਦੀ ਵੀ ING ਨਹੀਂ ਲੱਗਦਾ। ਠੀਕ ਹੈ, ਹਮੇਸ਼ਾ ਆਪਾਂ ਕੀ ਕਰਦੇ ਹਾਂ, ਪ੍ਰੈਜੈਂਟ ਪਰਫੈਕਟ ਟੈਂਸ ਲਗਾ ਦਿੰਦੇ ਹਾਂ, ਹੈਵ ਓਨਡ। ਠੀਕ ਹੈ, ਇੱਦਾਂ ਹੀ ਇਹ ਹੈਗਾ, ਆਈ ਹੈਵ ਬੀਨ ਨੋਇੰਗ ਹਿਮ ਫॉर 10 years। ਵੈਸੇ ਤਾਂ 4 ਲੱਗਿਆ ਹੋਇਆ, ਪ੍ਰੈਜੈਂਟ ਪਰਫੈਕਟ ਕੰਟੀਨਿਊਸ ਲੱਗਣਾ ਚਾਹੀਦਾ, ਲੇਕਿਨ ਆਪਾਂ ਨੋਇੰਗ ਕਦੀ, ਇਹ ਗਲਤ ਹੈ, ਨੋਇੰਗ ਵਰਡ ਹੁੰਦਾ ਹੀ ਨਹੀਂ ਹੈ। ਆਈ ਹੈਵ ਨੋਨ, ਪ੍ਰੈਜੈਂਟ ਪਰਫੈਕਟ, ਪ੍ਰੈਜੈਂਟ ਪਰਫੈਕਟ ਟੈਂਸ ਲੱਗੇਗਾ ਇੱਥੇ। ਠੀਕ ਹੈ, ਜੋ ਕਿ ਕੀ ਕਹਿੰਦਾ, ਹੈਜ਼, ਹੈਵ ਪਲੱਸ ਵਰਬ ਦੀ ਥਰਡ ਫਾਰਮ। ਠੀਕ ਹੈ, ਆਈ ਹੋਪ ਤੁਹਾਡਾ ਡਾਊਟ ਕਲੀਅਰ ਹੋਏਗਾ ਜਿਹਨੇ ਵੀ ਉਹ ਡਾਊਟ ਲਿਖਿਆ ਸੀ। ਓਕੇ ਓਕੇ, ਨਾਓ ਪਾਸਟ ਪਰਫੈਕਟ ਟੈਂਸ, ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਇੱਥੇ ਕੀ ਹੈ, ਜੋ ਤੁਹਾਡਾ ਐਕਸ਼ਨ ਹੈ, ਦੈਟ ਐਨ ਐਕਸ਼ਨ ਦੈਟ ਸਟਾਰਟਿਡ ਇਨ ਪਾਸਟ, ਸਟਾਰਟ ਵੀ ਪਾਸਟ ਵਿੱਚ ਹੋਇਆ, ਕੰਟੀਨਿਊ ਵੀ ਹੋਇਆ ਅਤੇ ਖ਼ਤਮ ਵੀ ਪਾਸਟ ਵਿੱਚ ਹੋ ਗਿਆ। ਸ਼ੁਰੂ ਵੀ ਪਾਸਟ ਵਿੱਚ ਹੋਇਆ, ਕੰਟੀਨਿਊ ਵੀ ਪਾਸਟ ਵਿੱਚ ਹੋਇਆ ਅਤੇ ਖ਼ਤਮ ਵੀ ਪਾਸਟ ਵਿੱਚ ਹੋ ਗਿਆ। ਸਟਾਰਟਿਡ ਇਨ ਪਾਸਟ, ਕੰਟੀਨਿਊਡ ਇਨ ਪਾਸਟ ਐਂਡ ਐਂਡਡ ਅਪ ਇਨ ਪਾਸਟ। ਅਤੇ ਇਹਦੇ ਰੂਲਸ ਕੀ ਹੈ, ਹੈਡ ਬਿਨ ਪਲੱਸ ਵਰਬ ਦੀ ਫਸਟ ਫਾਰਮ ਪਲੱਸ ING। ਬਸ ਇੱਥੇ ਪਾਸਟ ਹੈ ਅਤੇ ਹੈਡ ਆ ਜਾਏਗਾ। ਠੀਕ ਹੈ, ਐਗਜ਼ਾਮਪਲ ਦੇਖੋ, ਆਈ ਹੈਡ ਬੀਨ ਵਰਕਿੰਗ ਇਨ ਅ ਕੰਪਨੀ ਫॉर 5 years ਵੈਨ ਆਈ ਗੋਟ ਦ ਪ੍ਰਮੋਸ਼ਨ। ਠੀਕ ਹੈ, ਤੁਸੀਂ ਕਿਸੇ ਨੂੰ ਮਤਲਬ ਅੱਗੇ ਜਾ ਕੇ ਗੱਲ ਦੱਸ ਰਹੇ ਹੋ ਕਿ ਮੈਨੂੰ ਜਦੋਂ ਪ੍ਰਮੋਸ਼ਨ ਮਿਲੀ ਸੀ ਉਦੋਂ ਮੈਨੂੰ ਕੰਪਨੀ 'ਚ ਕੰਮ ਕਰਦੇ ਹੋਏ 5 ਸਾਲ ਹੋ ਚੁੱਕੇ ਸੀ। ਸਭ ਕੁਝ ਪਾਸਟ ਦੀ ਗੱਲ ਹੈ। ਜਦੋਂ ਮੈਨੂੰ ਪ੍ਰਮੋਸ਼ਨ ਮਿਲੀ ਸੀ, ਦੇਖੋ ਨਾ ਇੱਥੇ ਗੋਟ ਲਿਖਿਆ ਹੋਇਆ, ਗੋਟ ਤੁਹਾਨੂੰ ਸਭ ਤੋਂ ਇੰਡੀਕੇਟ ਕਰ ਰਿਹਾ ਕਿ ਤੁਸੀਂ ਪਾਸਟ ਦੀ ਗੱਲ ਕਰ ਰਹੇ ਹੋ। ਗੈਟ, ਗੋਟ, ਗੋਟਨ, ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਹੈ। ਠੀਕ ਹੈ, ਕਿ ਜਦੋਂ ਮੈਨੂੰ ਪ੍ਰਮੋਸ਼ਨ ਮਿਲੀ ਸੀ ਉਦੋਂ ਮੈਨੂੰ 5 ਸਾਲ ਹੋ ਗਏ ਸੀ ਉਸ ਕੰਪਨੀ 'ਚ ਕੰਮ ਕਰਦੇ ਹੋਏ। ਠੀਕ ਹੈ, ਇਸ ਕਰਕੇ ਆਈ ਹੈਡ ਬੀਨ ਵਰਕਿੰਗ ਇਨ ਅ ਕੰਪਨੀ। ਠੀਕ ਹੈ, ਪਾਸਟ ਪਰਫੈਕਟ ਕੰਟੀਨਿਊਸ, ਕਿ ਕੰਮ ਤੁਸੀਂ ਦੇਖੋ ਕੰਪਨੀ 'ਚ ਕੰਮ ਕਰਦੇ ਸੀ, ਸ਼ੁਰੂ ਵੀ ਪਾਸਟ 'ਚ ਹੋਇਆ, 5 ਸਾਲ ਤੁਸੀਂ ਕੰਮ ਕਰਦੇ ਰਹੇ, ਮਤਲਬ ਕੰਟੀਨਿਊਸ ਵੀ ਲੱਗ ਗਿਆ। ਅਤੇ ਵੈਨ ਆਈ ਗੋਟ ਦ ਪ੍ਰਮੋਸ਼ਨ, ਕਿ ਫਿਰ ਮਤਲਬ ਗੋਟ ਲਿਖਿਆ ਨਾ, ਇਹਦਾ ਮਤਲਬ ਹੁਣ ਉਹ ਚੀਜ਼ ਨਹੀਂ ਹੈ, ਤੁਸੀਂ ਪਾਸਟ ਦੀ ਗੱਲ ਕਰ ਰਹੇ ਹੋ। ਠੀਕ ਹੈ, ਇਸ ਕਰਕੇ ਐਂਡ ਵੀ ਉਹ ਪਾਸਟ 'ਚ ਹੀ ਹੋ ਗਿਆ। ਨੈਕਸਟ ਦੇਖੋ, ਮਾਰੀਆ ਹੈਡ ਬੀਨ ਵੋਕਿੰਗ 3 miles a day ਬਿਫੋਰ ਸ਼ੀ ਬ੍ਰੋਕ ਅ ਲੈਗ। ਦੇਖੋ ਮਾਰੀਆ ਜੋ ਸੀ ਉਹ ਕੀ ਕਰਦੀ ਸੀ, ਵੋਕ ਕਰਦੀ ਸੀ। ਠੀਕ ਹੈ, ਪਾਸਟ 'ਚ ਕੰਮ ਸ਼ੁਰੂ ਹੋਇਆ, 3 miles a day ਰੋਜ਼ ਕਰਦੀ ਸੀ, 3 miles ਰੋਜ਼ ਚਲਦੀ ਸੀ, ਮਤਲਬ ਕੰਟੀਨਿਊਸ ਵੀ ਹੋ ਗਿਆ। ਬਿਫੋਰ ਸ਼ੀ ਬ੍ਰੋਕ ਅ ਲੈਗ, ਅਤੇ
ਜਦੋਂ ਉਹਦੀ ਮਤਲਬ ਲੈਗ ਟੁੱਟੀ, ਇਹਦਾ ਮਤਲਬ ਕੰਮ ਖਤਮ ਹੋ ਗਿਆ ਨਾ, ਹੁਣ ਉਹ ਵਾਕ ਨਹੀਂ ਕਰ ਸਕਦੀ। ਇਸ ਕਰਕੇ ਮਾਰੀਆ ਹੈਡ ਬੀਨ ਵਾਕਿੰਗ। Future perfect continuous. It describes action that will continue up until a point in future. ਇਹ ਉਹ ਐਕਸ਼ਨਸ ਨੂੰ ਡਿਨੋਟ ਕਰਦਾ ਹੈ ਜੋ ਤੁਹਾਡੇ ਇਨ ਫਿਊਚਰ ਵੀ ਕੰਟੀਨਿਊ ਰਹਿਣਗੇ। ਜਿਵੇਂ ਆਪਾਂ ਕਹਿ ਦਈਏ ਨਾ, ਜਿਵੇਂ ਦਾ ਐਗਜ਼ਾਮਪਲ ਹੀ ਦੇਖ ਲਓ ਤੁਸੀਂ, ਇਨ ਨਵੰਬਰ, ਪਹਿਲੇ ਦਾ ਰੂਲ ਦੇਖੋ, ਰੂਲ ਕੀ ਕਹਿੰਦਾ ਇਹਦਾ, ਵਿਲ ਹੈਵ ਬੀਨ, ਸ਼ੈਲ ਹੈਵ ਬੀਨ ਪਲਸ ਵਰਬ ਦੀ ਫਰਸਟ ਫਾਰਮ ਪਲਸ ING, ਇਹ ਹੋ ਗਿਆ ਫਿਊਚਰ ਪਰਫੈਕਟ ਕੰਟੀਨਿਊਸ। एग्जाम्पल देखो, इन नवंबर आई विल हैव बीन वर्किंग एट माई कंपनी फॉर 3 ईयर्स, कि नवंबर विच मैनू इस कंपनी च काम करते हुए 3 साल हो जाएंगे। तो इसका मतलब उन्होंने यह तो नहीं मैंशन किया ना कि तुसी वो कंपनी अगों छड्ड दोगे, मतलब तुसी इन फ्यूचर भी वही कंपनी च काम करोगे। तुसी 3 साल पहले वो कंपनी ज्वाइन की, तुसी हुण भी कर रहे हो, तो तुसी इन फ्यूचर भी उत्थे ही काम करोगे। इस करके आई विल हैव बीन वर्किंग, जब तक सेंटेंस ਇਹੋ ਜਿਹਾ ਕੁਛ ਮੈਂਸ਼ਨ ਨਹੀਂ ਹੈ ਕਿ ਤੁਸੀਂ ਉਹ ਘਰ ਛੱਡ ਰਹੇ ਹੋ ਜਾਂ ਤੁਸੀਂ ਉਹ ਕੰਪਨੀ ਛੱਡ ਰਹੇ ਹੋ, ਇਹਦਾ ਮਤਲਬ ਉੱਥੇ ਫਿਊਚਰ ਪਰਫੈਕਟ ਕੰਟੀਨਿਊਸ ਹੀ ਲੱਗੇਗਾ, ਕਿਉਂਕਿ ਓਬਵੀਅਸਲੀ ਹੁਣ ਘਰ ਹੈ, ਜਗ੍ਹਾ ਹੈ ਜਾਂ ਕੰਪਨੀ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਉਹਨੂੰ ਆਪਾਂ ਈਜ਼ਲੀ ਨਹੀਂ ਛੱਡਦੇ। ਠੀਕ ਹੈ, ਸੋ ਅਗਰ ਇੱਥੇ ਇਹ ਵੀ ਹੁੰਦਾ ਨਾ, ਆਈ ਵਿਲ ਹੈਵ ਬੀਨ ਲਿਵਿੰਗ ਇਨ ਦਿਸ ਹਾਊਸ ਫॉर 3 ਈਅਰਸ, ਇਹਦਾ ਮਤਲਬ ਇਹ ਤਾਂ ਨਹੀਂ ਨਾ ਹੁਣ ਤੁਸੀਂ ਆਪਣਾ ਘਰ ਛੱਡ ਕੇ ਚਲੇ ਜਾਓਗੇ, ਤੁਸੀਂ ਉੱਥੇ ਹੀ ਰਹੋਗੇ। ਇਸ ਕਰਕੇ ਉੱਥੇ ਵੀ ਆਪਾਂ ਆਈ ਵਿਲ ਹੈਵ ਬੀਨ ਲਿਵਿੰਗ ਹੀ ਲਗਾਉਣਾ ਸੀ। ਠੀਕ ਹੈ, ਨੈਕਸਟ ਐਗਜ਼ਾਮਪਲ ਦੇਖੋ ਇਹਦਾ, ਐਟ 5 o'clock ਆਈ ਵਿਲ ਹੈਵ ਬੀਨ ਵੇਟਿੰਗ ਫॉर 30 minutes, ਕਿ 5 ਵਜੇ ਕੀ ਹੋਏਗਾ, ਮੈਨੂੰ ਇੱਥੇ ਵੇਟ ਕਰਦੇ ਹੋਏ 30 minutes ਹੋ ਚੁੱਕੇ ਹੋਣਗੇ। ਠੀਕ ਹੈ, ਇਹਦਾ ਮਤਲਬ ਇਸ ਟਾਈਮ ਕਿੰਨਾ ਟਾਈਮ ਹੋ ਰਿਹਾ, 4:30 ਵੱਜ ਰਹੇ ਹੈ, ਅਤੇ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਹੁਣ ਤੋਂ ਲੈ ਕੇ ਅੱਧੇ ਘੰਟੇ ਬਾਅਦ ਐਟ 5 o'clock ਆਈ ਵਿਲ ਹੈਵ ਬੀਨ ਵੇਟਿੰਗ ਫॉर 30 minutes, ਕਿ 4:30 ਵੱਜ ਰਹੇ ਆ ਅਤੇ ਤੁਸੀਂ 5 ਵਜੇ ਦੀ ਗੱਲ ਕਰ ਰਹੇ ਹੋ, ਇਨ ਫਿਊਚਰ ਦੀ ਗੱਲ ਕਰ ਰਹੇ ਹੋ ਕਿ ਜਦੋਂ 5 ਵੱਜਣਗੇ ਮੈਨੂੰ ਇੱਥੇ ਵੇਟ ਕਰਦੇ ਹੋਏ ਅੱਧਾ ਘੰਟਾ ਹੋ ਚੁੱਕਾ ਹੋਏਗਾ। ਠੀਕ ਹੈ, ਸੋ ਫਿਊਚਰ ਪਰਫੈਕਟ ਕੰਟੀਨਿਊਸ, ਆਈ ਵਿਲ ਹੈਵ ਬੀਨ ਵੇਟਿੰਗ। ਠੀਕ ਹੈ, ਇਹਦਾ ਮਤਲਬ ਤੁਸੀਂ 5 ਵਜੇ ਤੱਕ ਉੱਥੇ ਖੜੇ ਹੀ ਰਹੋਗੇ ਨਾ, ਇਨ ਫਿਊਚਰ ਹਲੇ ਉਹ ਕੰਮ ਚੱਲਣਾ ਹੈ। ਤੁਹਾਡੀ ਜਿਹੜੀ ਵੇਟ ਹੈ ਇੱਥੇ, ਕੰਮ ਕੀ ਹੈ, ਵੇਟ ਹੈ, ਕਿ ਹਲੇ ਵੇਟ ਤੁਹਾਡੀ 5 o'clock ਤੱਕ ਚੱਲਣੀ ਹੈ। ਠੀਕ ਹੈ, ਇਹਦਾ ਮਤਲਬ ਕੰਮ ਹਲੇ ਫਿਊਚਰ ਹੀ ਚੱਲਣਾ ਹੈ। ਸੋ ਦੈਟਸ ਵਾਈ ਫਿਊਚਰ ਪਰਫੈਕਟ ਕੰਟੀਨਿਊਸ। ਓਕੇ, ਦਿਸ ਇਜ਼ ਦ ਐਕਸਰਸਾਈਜ਼, ਆਈ ਵਿਲ ਰੀਡ ਇਟ ਫॉर ਯੂ। ਧਿਆਨ ਨਾਲ ਕਰਨਾ ਹੁਣ ਇਹਨੂੰ। ਓਕੇ, ਹੀ ਡੈਸ਼ ਇਨ ਦ ਸੇਮ ਕਲਾਸ ਫॉर ਦ ਲਾਸਟ 3 years, ਉਹ ਪਿਛਲੇ 3 ਸਾਲਾਂ ਤੋਂ ਇੱਕੋ ਕਲਾਸ ਵਿੱਚ ਪੜ੍ਹ ਰਿਹਾ ਹੈ। ਲਾਸਟ 3 years, ਪਾਸਟ ਤੋਂ ਕੰਮ ਸ਼ੁਰੂ ਹੋਇਆ, ਹੀ ਡੈਸ਼ ਇਨ ਦ ਸੇਮ ਕਲਾਸ ਫॉर ਦ ਲਾਸਟ 3 years, ਅਤੇ ਉਹ ਹਲੇ ਵੀ ਉੱਥੇ ਹੀ ਪੜ੍ਹ ਰਿਹਾ ਹੈ। ਠੀਕ ਹੈ, ਸੋ ਆਪਣੇ ਆਪ ਸੋਚਣਾ ਕੀ ਲੱਗੇਗਾ ਇਹਦੇ ਵਿੱਚ। ਫॉर ਦ ਲਾਸਟ 10 years ਹੀ ਡੈਸ਼ ਦਿਸ ਫੈਕਟਰੀ, ਔਨ ਲਿਖਿਆ ਹੋਇਆ ਇੱਥੇ। ਠੀਕ ਹੈ, ਬੀ ਕੇਅਰਫੁਲ। ਨੈਕਸਟ, she still dash for 2 hours when they reach there। ਠੀਕ ਹੈ, ਸਭ ਤੋਂ ਪਹਿਲੇ ਤਾਂ ਇੱਥੇ ਕੀ ਹੈ, ਰੀਚ, ਵਰਬ ਦੀ ਫਰਸਟ ਫਾਰਮ। ਸੋ ਇੱਥੋਂ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਤੁਸੀਂ ਇੱਥੇ ਕੀ ਲਗਾਉਣਾ ਹੈ। ਇੱਥੇ ਵੈਨ ਵੀ ਲੱਗਿਆ ਹੋਇਆ, ਇੱਥੇ ਵਰਬ ਦੀ ਫਰਸਟ ਫਾਰਮ ਵੀ ਲੱਗੀ ਹੋਈ ਹੈ। ਅਤੇ ਤਾਂ ਮੈਂ ਤੁਹਾਨੂੰ ਹਿੰਟ ਦੇ ਦਿੰਦੀ ਹਾਂ ਕਿ ਜਾਂ ਤਾਂ ਇੱਥੇ ਫਿਊਚਰ ਪਰਫੈਕਟ ਲੱਗੇਗਾ ਜਾਂ ਇੱਥੇ ਫਿਊਚਰ ਪਰਫੈਕਟ ਕੰਟੀਨਿਊਸ ਲੱਗੇਗਾ। ਹੁਣ ਇਹ ਤੁਸੀਂ ਦੇਖਣਾ ਕਿ ਕੀ ਲੱਗੇਗਾ। ਠੀਕ ਹੈ, ਕਿਉਂਕਿ ਆਪਾਂ ਹੁਣੇ ਇੱਕ ਰੂਲ ਪੜ੍ਹਿਆ ਕਿ ਜਦੋਂ ਵੀ 2 ਐਕਸ਼ਨਸ ਹੋਣ ਅਤੇ ਇੱਕ ਜਿਹੜਾ ਹੈ ਵਰਬ ਦੀ ਫਰਸਟ ਫਾਰਮ ਲੱਗੀ ਹੋਈ ਹੈ, ਅਤੇ ਸਾਨੂੰ ਹਿੰਟ ਮਿਲ ਜਾਂਦਾ ਕਿ ਇੱਥੇ ਫਿਊਚਰ ਪਰਫੈਕਟ ਲੱਗਣਾ। ਹੁਣ ਫਿਊਚਰ ਅਗਰ ਤਾਂ ਉਹ ਕੰਮ ਕੰਟੀਨਿਊਸ਼ਨ ਹੀ ਚੱਲ ਰਿਹਾ ਫਿਰ ਤਾਂ ਫਿਊਚਰ ਪਰਫੈਕਟ ਕੰਟੀਨਿਊਸ ਲੱਗੇਗਾ। ਅਦਰਵਾਈਜ਼ ਇੱਥੇ ਕੀ, ਅਗਰ ਕੋਈ ਕੰਮ ਕੰਟੀਨਿਊ ਨਹੀਂ ਚੱਲ ਰਿਹਾ, ਠੀਕ ਹੈ, ਅਤੇ ਇੱਥੇ ਸਿੰਪਲ ਕੀ ਲੱਗ ਜਾਣਾ ਸੀ, ਫਿਊਚਰ ਪਰਫੈਕਟ। ਹੁਣ ਇਹਨੂੰ ਕੱਲ੍ਹ ਮੈਂ ਹੋਰ ਅੱਛੀ ਤਰ੍ਹਾਂ ਐਕਸਪਲੇਨ ਕਰਾਂਗੀ, ਪਹਿਲੇ ਤੁਸੀਂ ਇੱਕ ਵਾਰੀ ਇਹਨੂੰ ਟਰਾਈ ਕਰੋ, ਮੈਂ ਦੇਖਾਂ ਤੁਹਾਨੂੰ ਕਿੰਨੀ ਕੁ ਸਮਝ ਆਈ ਹੈ। ਯੈਸਟਰਡੇ ਸ਼ੀ ਡੈਸ਼ ਫॉर ਹਰ ਲੌਸਟ ਡੌਗ ਸਿੰਸ ਮੋਰਨਿੰਗ, ਕੱਲ੍ਹ ਸ਼ੀ ਸਰਚ ਦੀ ਪੜ੍ਹਨੀ ਹੈ ਨਾ, ਸ਼ੀ ਡੈਸ਼ ਫॉर ਹਰ ਲੌਸਟ ਡੌਗ, ਕੱਲ੍ਹ ਕੀ ਕਰਦੀ ਰਹੀ, ਉਹ ਸਾਰਾ ਦਿਨ ਸਰਚ ਕਰਦੀ ਰਹੀ ਆਪਣੇ ਲੌਸਟ ਡੌਗ ਵਾਸਤੇ, ਮੋਰਨਿੰਗ ਤੋਂ ਲੈ ਕੇ, ਸਿੰਸ ਮੋਰਨਿੰਗ ਮਤਲਬ ਮੋਰਨਿੰਗ ਤੋਂ ਲੈ ਕੇ ਉਹ ਆਪਣੇ ਲੌਸਟ ਡੌਗ ਦੀ ਸਰਚ ਕਰਦੀ ਰਹੀ। ਅਤੇ ਗੱਲ ਵੀ ਯੈਸਟਰਡੇ ਦੀ ਹੋ ਰਹੀ ਹੈ, ਇਹਨੂੰ ਧਿਆਨ ਨਾਲ ਪੜ੍ਹਨਾ, ਫਿਰ ਸੋਚਣਾ ਇੱਥੇ ਕੀ ਲੱਗੇਗਾ।
ਮਾਈ ਆਂਟ ਡੈਸ਼ ਇਨ ਇੰਗਲੈਂਡ ਫॉर 5 years ਵੈਨ ਆਈ ਗੋ ਦੇਅਰ। ਫਿਰ ਇਹ ਦੇਖੋ ਇੱਥੇ ਵੈਨ ਵੀ ਆ ਗਿਆ, ਇੱਥੇ ਗੋ ਵੀ ਆ ਗਿਆ, ਵਰਬ ਦੀ ਫਸਟ ਫॉर्म ਵੀ ਆ ਗਈ ਹੈ, ਵੈਨ ਵੀ ਆ ਗਿਆ। ਸੋ ਇਹਦਾ ਮਤਲਬ ਇੱਥੇ ਵੀ ਜਾਂ ਫਿਊਚਰ ਪਰਫੈਕਟ ਲੱਗੇਗਾ ਜਾਂ ਫਿਊਚਰ ਪਰਫੈਕਟ ਕੰਟੀਨਿਊਸ ਲੱਗੇਗਾ। ਹੁਣ ਇੱਥੇ ਕੀ ਲੱਗਣਾ ਉਹ ਤੁਸੀਂ ਮੈਨੂੰ ਦੱਸੋਗੇ, ਠੀਕ ਹੈ। ਸੋ that was the lecture today. I hope you liked my lecture. So if you liked it, if you did so, do give me a thumbs up. Thank you so much. Have a nice day.